ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਜਪਜੀ ਸਾਹਿਬ ਦੀ ਇਸ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਹੇ ਮਨੁੱਖ, ਜੇਕਰ ਤੇਰੀ ਉਮਰ ਚਾਰੇ ਯੁੱਗਾਂ ਦੇ ਬਰਾਬਰ ਹੋ ਜਾਵੇ, ਭਾਵੇਂ ਉਸ ਤੋਂ ਵੀ ਦੁੱਗਣੀ ਹੋ ਜਾਵੇ, ਪਰ ਫਿਰ ਵੀ ਜਦ ਤੱਕ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਦਾ, ਉਦੋਂ ਤੱਕ ਤੇਰੇ ਮਨ ਨੂੰ ਸ਼ਾਂਤੀ ਨਹੀਂ ਆਵੇਗੀ। ਸੰਗਤ ਜੀ, ਅੱਜ ਅਸੀਂ ਇੱਕ ਅਜਿਹੀ ਹੀ ਸਾਖੀ ਸੁਣਾਂਗੇ ਜੋ ਕਿ ਗੁਰੂ ਗੋਬਿੰਦ ਸਿੰਘ ਜੀਵਨ ਕਾਲ ਵਿੱਚੋਂ ਹੈ। ਗੁਰੂ ਸਾਹਿਬ ਜੀ ਨੂੰ ਇੱਕ ਸਾਧੂ ਮਿਲਿਆ ਜਿਸ ਦੀ ਉਮਰ ਕਰੀਬ 5120 ਸਾਲ ਸੀ। ਅੱਜ ਅਸੀਂ ਸਾਖੀ ਵਿੱਚ ਸ਼ਰਵਣ ਕਰਾਂਗੇ ਕਿ ਉਸ ਦੀ ਗੁਰੂ ਸਾਹਿਬ ਜੀ ਨਾਲ ਕੀ ਵਾਰਤਾ ਹੋਈ। ਉਸਨੇ ਗੁਰੂ ਸਾਹਿਬ ਜੀ ਨੂੰ ਬੱਚਾ ਕਿਉਂ ਕਿਹਾ ਅਤੇ ਗੁਰੂ ਸਾਹਿਬ ਜੀ ਨੇ ਉਸ ਨੂੰ ਗਰੀਬ ਕਿਉਂ ਆਖਿਆ। ਅੱਜ ਅਸੀਂ ਇਹ ਸਾਰੀ ਵਾਰਤਾ ਇਸ ਸਾਖੀ ਵਿੱਚ ਸੁਣਾਂਗੇ। ਮੁਕਤਸਰ ਦੇ ਜੰਗ ਤੋਂ ਬਾਅਦ ਗੁਰੂ ਸਾਹਿਬ ਜੀ ਅੱਗੇ ਮਾਲਵੇ ਵਿੱਚ ਚੱਲਦੇ ਹੋਏ ਇੱਕ ਜੰਗਲ ਵਿੱਚ ਪਹੁੰਚੇ। ਉੱਥੇ ਗੁਰੂ ਸਾਹਿਬ ਜੀ ਨੇ ਆਪਣੇ ਸਿੰਘਾਂ ਨੂੰ ਕਿਹਾ ਕਿ ਕਿਸੇ ਤਲਾਬ ਦੀ ਭਾਲ ਕਰੋ ਤਾਂ ਜੋ ਘੋੜਿਆਂ ਨੂੰ ਵੀ ਪਾਣੀ ਪਿਲਾਇਆ ਜਾ ਸਕੇ ਅਤੇ ਅਸੀਂ ਆਪਣੀ ਪਿਆਸ ਵੀ ਬੁਝਾਈਏ, ਕਿਉਂਕਿ ਘੋੜੇ ਹੁਣ ਪਿਆਸੇ ਨੇ। ਬਰਾੜ ਸਿੰਘਾਂ ਨੇ ਲੱਭਦੇ ਲੱਭਦੇ ਇੱਕ ਬਹੁਤ ਸੋਹਣੀ ਰਮਣੀਕ ਜਗ੍ਹਾ ਲੱਭੀ ਜਿਸ ਵਿੱਚ ਤਲਾਬ ਹੀ ਸੀ। ਉਸ ਤਲਾਬ ਦਾ ਪਾਣੀ ਬਹੁਤ ਸਾਫ਼ ਸੀ। ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ, ਇੱਥੇ ਹੀ ਡੇਰਾ ਕਰ ਲਓ, ਇਹ ਜਗ੍ਹਾ ਬਹੁਤ ਸੁੰਦਰ ਹੈ ਅਤੇ ਪਾਣੀ ਵੀ ਸਾਫ਼ ਹੈ। ਜਿੱਥੇ ਵੀ ਸਿੰਘਾਂ ਨੂੰ ਜਗ੍ਹਾ ਮਿਲੀ, ਉਹਨਾਂ ਨੇ ਆਪਣੇ ਘੋੜਿਆਂ ਦੀਆਂ ਕਾਠੀਆਂ ਉਤਾਰ ਕੇ ਉਹਨਾਂ ਨੂੰ ਦਰਖਤਾਂ ਨਾਲ ਬੰਨ੍ਹ ਦਿੱਤਾ। ਗੁਰੂ ਸਾਹਿਬ ਤੋਂ ਆਗਿਆ ਲੈ ਕੇ ਕੋਈ ਸਿੰਘ ਘਾਹ ਲੈਣ ਚਲੇ ਗਏ ਅਤੇ ਕਈ ਲੱਕੜਾਂ ਦਾ ਪ੍ਰਬੰਧ ਕਰਨ ਲੱਗ ਪਏ ਪ੍ਰਸ਼ਾਦਾ ਪਾਣੀ ਤਿਆਰ ਕਰਨ ਵਾਸਤੇ। ਸਿੰਘ ਇੱਧਰ ਉੱਧਰ ਵਿਚਰ ਰਹੇ ਸਨ ਤੇ ਆਪਸ ਵਿੱਚ ਗੱਲਾਂ ਕਰ ਰਹੇ ਸਨ। ਉਹਨਾਂ ਦੀਆਂ ਗੱਲਾਂ ਸੁਣ ਕੇ ਇੱਕ ਸਾਧੂ ਜੋ ਕਿ ਤਲਾਬ ਦੇ ਦੂਜੇ ਕਿਨਾਰੇ ਤੇ ਆਸ਼ਰਮ ਬਣਾ ਕੇ ਰਹਿ ਰਿਹਾ ਸੀ, ਉਸ ਦੇ ਕੰਨਾਂ ਵਿੱਚ ਜਦੋਂ ਚਹਿਲ ਪਹਿਲ ਦੀ ਆਵਾਜ਼ ਪਈ ਜਾਂ ਸਿੰਘਾਂ ਨੂੰ ਗੱਲਾਂ ਕਰਦੇ ਸੁਣਿਆ ਤੇ ਉਹ ਆਪਣੇ ਚੇਲਿਆਂ ਨੂੰ ਪੁੱਛਦਾ ਹੈ ਕਿ ਤਾਲ ਦੇ ਇਸ ਪਾਸੇ ਅਸੀਂ ਬੈਠੇ ਹੋਏ ਹਾਂ, ਦੂਸਰੇ ਪਾਸੇ ਕੋਈ ਹਲਚਲ ਹੋ ਰਹੀ ਹੈ, ਕੋਈ ਸ਼ੋਰ ਸ਼ਰਾਬੇ ਦੀ ਜਾਂ ਕੋਈ ਆਉਣ ਜਾਣ ਦੀ ਆਵਾਜ਼ ਹੋ ਰਹੀ ਹੈ। ਇਹ ਤਲਾਬ ਦੇ ਪਰਲੇ ਬੰਨੇ ਕੌਣ ਬੈਠਾ ਹੈ? ਆ ਕੇ ਮੇਰੇ ਕੰਨਾਂ ਵਿੱਚ ਆਵਾਜ਼ ਪੈ ਰਹੀ ਹੈ। ਜਾ ਕੇ ਪਤਾ ਕਰੋ ਕਿ ਕੌਣ ਆਇਆ ਹੈ ਜਿਸ ਨੇ ਆ ਕੇ ਤਲਾਬ ਦਾ ਪਰਲਾ ਕਿਨਾਰਾ ਮੱਲ ਲਿਆ ਅਤੇ ਸਾਨੂੰ ਪੁੱਛਿਆ ਵੀ ਨਹੀਂ। ਜਾ ਕੇ ਪਤਾ ਕਰੋ ਕਿ ਇਹ ਕਿਸ ਇਲਾਕੇ ਦੇ ਰਹਿਣ ਵਾਲੇ ਨੇ, ਕਿਸ ਪਾਸਿਓਂ ਆਏ ਨੇ ਤੇ ਕਿਸ ਪਾਸੇ ਨੂੰ ਇਹਨਾਂ ਨੇ ਜਾਣਾ ਹੈ। ਸਾਰੀ ਖਬਰ ਲੈ ਕੇ ਆਓ। ਫਿਰ ਉਸ ਸਾਧ ਦੇ ਚੇਲੇ ਜੋ ਸਿੰਘ ਲੱਕੜਾਂ ਵਗੈਰਾ ਇਕੱਠੀਆਂ ਕਰ ਰਹੇ ਸਨ, ਉਹਨਾਂ ਦੇ ਕੋਲ ਆਏ ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਤੁਹਾਡਾ ਬਾਦਸ਼ਾਹ ਕੌਣ ਹੈ। ਸਿੰਘਾਂ ਨੇ ਦੱਸਿਆ ਕਿ ਸਾਡਾ ਬਾਦਸ਼ਾਹ ਨਹੀਂ, ਇਹ ਤੇ ਸਮੇਂ ਦੇ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਨੇ ਅਤੇ ਅਸੀਂ ਉਹਨਾਂ ਦੇ ਚੇਲੇ ਹਾਂ। ਤੇ ਇਹ ਉਹ ਗੁਰੂ ਗੋਬਿੰਦ ਸਿੰਘ ਹੈ ਜਿਸ ਨੇ ਤੁਰਕਾਂ ਨੂੰ ਮਾਰਿਆ ਹੈ, ਤੁਰਕਾਂ ਨਾਲ ਜੰਗਾਂ ਲੜੀਆਂ ਨੇ, ਉਹਨਾਂ ਤੋਂ ਡਰਦੇ ਨਹੀਂ, ਉਹਨਾਂ ਨੂੰ ਸਗੋਂ ਤੇ ਅੱਗੇ ਅੱਗੇ ਭਜਾਉਂਦੇ ਨੇ। ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਨੇ 10ਵੇਂ ਗੁਰੂ ਗੋਬਿੰਦ ਸਿੰਘ ਨੇ ਤੁਰਕਾਂ ਤੋਂ ਡਰਦੇ ਨਹੀਂ, ਉਹਨਾਂ ਦੇ ਅੱਗੇ ਝੁਕਦੇ ਨਹੀਂ, ਸਗੋਂ ਉਹਨਾਂ ਨਾਲ ਤਕੜਾ ਜੰਗ ਕਰਦੇ ਨੇ। ਇੱਕ ਵਾਰੀ ਨਹੀਂ, ਕਈ ਜੰਗਾਂ ਮੁਗਲਾਂ ਨਾਲ ਲੜੀਆਂ ਨੇ। ਇੱਕ ਵਾਰ ਵੀ ਮੈਦਾਨ ਛੱਡ ਕੇ ਨਹੀਂ ਭੱਜੇ, ਸਗੋਂ ਤੁਰਕ ਮੈਦਾਨ ਛੱਡ ਕੇ ਭੱਜ ਜਾਂਦੇ ਨੇ। ਸਾਧੂ ਨੇ ਸਾਰੀਆਂ ਗੱਲਾਂ ਆਪਣੇ ਚੇਲਿਆਂ ਤੋਂ ਸੁਣੀਆਂ ਅਤੇ ਉਸਨੇ ਕਿਹਾ ਕਿ ਮੇਰਾ ਇੱਕ ਹੋਰ ਸਵਾਲ ਹੈ, ਜਾ ਕੇ ਤੁਸੀਂ ਪਤਾ ਕਰਕੇ ਆਓ। ਸਾਧੂ ਕਹਿੰਦਾ ਹੈ ਕਿ ਜਾ ਕੇ ਪੁੱਛੋ ਕਿ ਇਸ ਗੁਰੂ ਦੀ ਉਮਰ ਕਿੰਨੀ ਹੈ। ਇਹ ਸਾਧੂ ਪ੍ਰਾਣਾਯਾਮ ਕਰਕੇ ਆਪਣੇ ਸਵਾਸ 10ਵੇਂ ਦੁਆਰ ਤੇ ਚੜਾ ਲੈਂਦਾ ਸੀ। ਇਸ ਕਰਕੇ ਇਸ ਸਾਧੂ ਦੀ ਉਮਰ ਕਈ ਹਜ਼ਾਰਾਂ ਸਾਲ ਲੰਬੀ ਸੀ। ਉਸ ਨੂੰ ਆਪਣੀ ਉਮਰ ਤੇ ਮਾਣ ਸੀ। ਇਸੇ ਕਰਕੇ ਉਸਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਤੁਸੀਂ ਜਾ ਕੇ ਪਤਾ ਤੇ ਕਰੋ ਇਸ ਗੁਰੂ ਦੀ ਉਮਰ ਹੈ ਕਿੰਨੀ।
ਤੇ ਇਹ ਵੀ ਪਤਾ ਕਰੋ ਕਿ ਗੁਰੂ ਸਾਹਿਬ ਦੇ ਨਾਲ ਕਿੰਨੇ ਕੁ ਸੂਰਮੇ ਨੇ। ਜਿਹੜਾ ਤੁਸੀਂ ਦੱਸ ਰਹੇ ਹੋ ਕਿ ਗੁਰੂ ਨੇ ਬਹੁਤ ਸਾਰੀਆਂ ਜੰਗਾਂ ਜਿੱਤੀਆਂ ਨੇ ਤੁਰਕਾਂ ਕੋਲ, ਤੇ ਇਸ ਦਾ ਮਤਲਬ ਕਿ ਭਾਰੀ ਫੌਜ ਹੋਵੇਗੀ। ਪਤਾ ਕਰਕੇ ਦੱਸੋ ਕਿ ਕਿੰਨੇ ਕੁ ਸੂਰਮੇ ਨੇ ਨਾਲ। ਤੁਸੀਂ ਕਹਿੰਦੇ ਹੋ ਕਿ ਗੁਰੂ ਨੇੜੇ ਹੀ ਜੰਗ ਕਰਕੇ ਆਇਆ ਹੈ, ਕੀ ਇਸ ਨੂੰ ਕੋਈ ਡਰ ਨਹੀਂ ਹੈ, ਭੈ ਨਹੀਂ ਹੈ ਤੁਰਕਾਂ ਦਾ ਕਿ ਨੇੜੇ ਹੀ ਫਿਰ ਡੇਰਾ ਲਗਾ ਲਿਆ ਜੰਗ ਕਰਕੇ? ਜਾ ਕੇ ਸਾਰਾ ਪਤਾ ਕਰਕੇ ਦੱਸੋ। ਜਦੋਂ ਸਾਧੂ ਦੇ ਚੇਲੇ ਫਿਰ ਸਿੰਘਾਂ ਕੋਲ ਗਏ, ਉਹਨਾਂ ਨੇ ਪੁੱਛਿਆ ਕਿ ਤੁਹਾਡੇ ਗੁਰੂ ਦੀ ਉਮਰ ਕਿੰਨੀ ਕੁ ਹੈ, ਤੇ ਉਹਨਾਂ ਨੇ ਅੰਦਾਜ਼ੇ ਮੁਤਾਬਕ ਹੀ ਦੱਸਿਆ ਕਿ 30 ਸਾਲ ਤੋਂ ਉੱਪਰ ਹੈ। ਸਾਧੂ ਦੇ ਚੇਲੇ ਫਿਰ ਪੁੱਛਦੇ ਨੇ 30 ਕੁ ਸਾਲ ਤੋਂ ਕਿੰਨੀ ਕੁ ਉੱਪਰ ਹੈ, ਤੇ ਸਿੰਘਾਂ ਨੇ ਦੱਸਿਆ ਕਿ 40 ਸਾਲ ਤੋਂ ਘੱਟ ਹੈ, 30 ਤੋਂ ਉੱਪਰ ਕਰੀਬ 37-38 ਸਾਲ ਲਗਾ ਲਓ। ਜਦੋਂ ਚੇਲਿਆਂ ਨੇ ਆਪਣੇ ਸਾਧੂ ਨੂੰ ਜਾ ਕੇ ਦੱਸਿਆ ਕਿ ਗੁਰੂ ਦੀ ਉਮਰ ਕਰੀਬ 37-38 ਸਾਲ ਹੈ, ਤੇ ਉਸ ਨੇ ਸੁਣ ਕੇ ਨੱਕ ਜਿਹਾ ਚੜਾਇਆ। ਉਸ ਨੂੰ ਆਪਣੀ ਉਮਰ ਤੇ ਗੁਮਾਨ ਸੀ, ਤੇ ਉਸ ਨੇ ਕਿਹਾ ਕਿ ਫਿਰ ਅਸੀਂ ਕੀ ਲੈਣਾ ਇਸ ਗੁਰੂ ਤੋਂ? ਇਹ ਤਾਂ ਅਜੇ ਬਹੁਤ ਛੋਟੀ ਉਮਰਾਂ ਦਾ ਹੈ, ਇਹ ਤਾਂ ਬੱਚਾ ਹੀ ਹੈ। ਕੀ ਇਸ ਦਾ ਜਪ ਤਪ ਹੋਵੇਗਾ? ਕੀ ਇਸ ਦੀ ਭਗਤੀ ਹੋਵੇਗੀ? ਇਹ ਤੇ ਆਪ ਹੀ ਅਨਾੜੀ ਹੋਵੇਗਾ। ਨਿੱਕੀ ਜੀ ਉਮਰਾਂ ਦਾ ਇਹ ਗੁਰੂ ਹੈ, ਆਪਾਂ ਇਸ ਕੋਲੋਂ ਕੀ ਲੈਣਾ ਹੈ? 30-35 ਸਾਲਾਂ ਦੀ ਉਮਰ ਵਿੱਚ ਇਸ ਨੇ ਕੀ ਕੀਤਾ ਹੋਊਗਾ? ਨਾ ਕੋਈ ਯੋਗ ਸਾਧਨਾ ਹੋਵੇਗੀ, ਨਾ ਕੋਈ ਜਪ ਤਪ ਹੋਵੇਗਾ। ਜਾਣ ਦਿਓ ਇਸ ਨੂੰ, ਅਸੀਂ ਨਹੀਂ ਮਿਲਣਾ ਇਹੋ ਜਿਹੇ ਗੁਰੂ ਨੂੰ। 35 ਸਾਲਾਂ 'ਚ ਕਿਵੇਂ ਕੋਈ ਗੁਰੂ ਬਣ ਸਕਦਾ ਹੈ? ਮੇਰੀ ਉਮਰ ਤੇ 5000 ਸਾਲ ਤੋਂ ਉੱਪਰ ਹੈ, ਮੈਂ ਤੇ ਅੱਜ ਤੱਕ ਗੁਰੂ ਨਹੀਂ ਬਣ ਸਕਿਆ, ਤੇ ਇਹ 35 ਸਾਲਾਂ ਦੇ ਕਿਵੇਂ ਗੁਰੂ ਬਣ ਗਏ? ਇਹਨਾਂ ਦੇ ਮਨ ਵਿੱਚ ਤਾਂ ਸ਼ਾਂਤੀ ਵੀ ਨਹੀਂ ਹੋਵੇਗੀ। ਇਹ ਸਾਰੀ ਵਾਰਤਾ ਨੇੜੇ ਲੰਘਦੇ ਹੋਏ ਸਿੰਘਾਂ ਨੇ ਸੁਣ ਲਈ। ਉਹਨਾਂ ਨੂੰ ਸਾਧੂ ਤੇ ਗੁੱਸਾ ਤੇ ਆਇਆ, ਪਰ ਉਹ ਕੁਝ ਕਰ ਨਹੀਂ ਸਕਦੇ ਸਨ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਨਹੀਂ ਸੀ। ਫਿਰ ਉਹ ਗੁਰੂ ਸਾਹਿਬ ਕੋਲ ਆ ਗਏ। ਉਹਨਾਂ ਦੇ ਮਨ ਵਿੱਚ ਸੀ ਕਿ ਗੁਰੂ ਸਾਹਿਬ ਸਾਨੂੰ ਆਪ ਪੁੱਛਣ ਕਿ ਤੁਸੀਂ ਪਰੇਸ਼ਾਨ ਕਿਉਂ ਲੱਗ ਰਹੇ ਹੋ, ਕੀ ਗੱਲ ਹੈ? ਗੁਰੂ ਸਾਹਿਬ ਜੀ ਜਾਣੀ ਜਾਣ ਸਨ। ਉਹਨਾਂ ਨੇ ਸਿੰਘਾਂ ਨੂੰ ਪੁੱਛਿਆ ਕਿ ਸਿੰਘੋ, ਤੁਹਾਡੇ ਮਨ ਵਿੱਚ ਕੀ ਗੱਲ ਹੈ? ਤੇ ਉਹਨਾਂ ਨੇ ਦੱਸਿਆ ਕਿ ਗੁਰੂ ਸਾਹਿਬ ਜੀ, ਤਲਾਬ ਦੇ ਪਰਲੇ ਪਾਸੇ ਇੱਕ ਸਾਧੂ ਰਹਿੰਦਾ ਹੈ, ਉਹ ਤੁਹਾਡੇ ਬਾਰੇ ਇੰਜ ਕਹਿ ਰਿਹਾ ਹੈ। ਉਹਨਾਂ ਨੇ ਸਾਰੀ ਵਾਰਤਾ ਗੁਰੂ ਸਾਹਿਬ ਨੂੰ ਸੁਣਾਈ। ਸੁਣ ਕੇ ਗੁਰੂ ਸਾਹਿਬ ਕਹਿੰਦੇ ਕਿ ਸਿੰਘੋ, ਨਾਰਾਜ਼ ਨਹੀਂ ਹੋਈਦਾ, ਕੋਈ ਗੱਲ ਨਹੀਂ। ਇਹ ਸਾਧੂ ਬੜੀ ਲੰਬੀ ਉਮਰ ਦਾ ਮਾਲਕ ਹੈ ਅਤੇ ਬੜੇ ਦਿਨਾਂ ਦਾ ਸਾਧ ਹੈ, ਬਹੁਤ ਦਿਨਾਂ ਤੋਂ ਸਾਧ ਬਣਿਆ ਹੋਇਆ ਹੈ। ਕੋਈ ਗੱਲ ਨਹੀਂ, ਉਹ ਸਾਡੇ ਕੋਲ ਆਵੇਗਾ। ਅਸੀਂ ਇੱਥੇ ਬੈਠੇ ਹੋਏ ਹਾਂ, ਉਹ ਸਾਡੇ ਦਰਸ਼ਨ ਕਰਨ ਆਵੇਗਾ। ਅਤੇ ਬਾਕੀ ਜੋ ਉਸਨੇ ਕਿਹਾ ਹੈ, ਉਸਨੇ ਸਹੀ ਹੀ ਕਿਹਾ ਹੈ, ਕਿਉਂਕਿ ਬਹੁਤ ਲੰਮੀ ਉਮਰ ਦਾ ਮਾਲਕ ਹੈ ਤੇ ਸਾਨੂੰ ਛੋਟੀ ਉਮਰ ਦਾ ਕਿਹਾ ਹੈ। ਕੋਈ ਗੱਲ ਨਹੀਂ। ਫਿਰ ਸਿੱਖਾਂ ਨੇ ਸਵਾਲ ਪੁੱਛਿਆ ਕਿ ਗੁਰੂ ਸਾਹਿਬ ਜੀ, ਤੁਸੀਂ ਕਹਿੰਦੇ ਹੋ ਕਿ ਇਸ ਦੀ ਉਮਰ ਬਹੁਤ ਲੰਬੀ ਹੈ, ਪਰ ਸਾਨੂੰ ਦੱਸਣਾ ਤੇ ਕਰੋ ਕਿ ਇਸ ਸਾਧੂ ਦੀ ਉਮਰ ਕਿੰਨੀ ਕੁ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਸ ਸਾਧੂ ਦੀ ਉਮਰ 5000 ਸਾਲ ਹੈ ਅਤੇ 6 20 ਹੋਰ ਲਾ ਲਓ, ਮਤਲਬ ਕਿ 6 ਵਾਰ 20 ਹੋਰ ਲਗਾ ਲਓ, ਤੇ ਇਸ ਸਾਧ ਦੀ ਉਮਰ 5120 ਸਾਲ ਦੇ ਕਰੀਬ ਹੈ। ਇਹ ਪ੍ਰਾਣਾਯਾਮ ਨਾਲ ਆਪਣੇ ਸਵਾਸ 10ਵੇਂ ਦੁਆਰ ਤੇ ਚੜਾ ਲੈਂਦਾ ਹੈ ਤੇ ਕਈ 100 ਸਾਲ ਫਿਰ ਬੈਠਾ ਰਹਿੰਦਾ ਹੈ। ਫਿਰ ਜਦੋਂ ਇਹ ਸਮਾਧੀ ਤੋਂ ਉੱਠਦਾ ਹੈ ਤੇ ਆਲੇ ਦੁਆਲੇ ਵਿਚਰ ਕੇ ਕੁਝ ਦਿਨ ਲੋਕਾਂ ਨੂੰ ਪੁੱਛਦਾ ਹੈ ਕਿ ਕੀ ਸਮਾਂ ਚੱਲ ਰਿਹਾ ਹੈ, ਕਿਹੜਾ ਸਾਲ ਚੱਲ ਰਿਹਾ ਹੈ, ਕੌਣ ਰਾਜਾ ਹੈ। ਗੁਰੂ ਸਾਹਿਬ ਤੇ ਸਿੰਘਾਂ ਦੀ ਇਹ ਸਾਰੀ ਵਾਰਤਾ ਸਾਧੂ ਦੇ ਚੇਲਿਆਂ ਨੇ ਸੁਣ ਲਈ ਅਤੇ ਉਹ ਹੈਰਾਨ ਹੋ ਗਏ ਕਿ ਅਸੀਂ ਤੇ ਦੱਸਿਆ ਵੀ ਨਹੀਂ ਕਿ ਸਾਡੇ ਗੁਰੂ ਦੀ ਉਮਰ ਕਿੰਨੀ ਹੈ, ਪਰ ਇਸ ਗੁਰੂ ਨੂੰ ਤਾਂ ਸਾਰਾ ਕੁਝ ਪਤਾ ਹੈ। ਉਹ ਸਾਰੀ ਗੱਲ ਸੁਣ ਕੇ ਆਪਣੇ ਸਾਧੂ ਕੋਲ ਵਾਪਸ ਆ ਗਏ ਤੇ ਉਸ ਨੂੰ ਦੱਸਿਆ, ਜਿਹੜਾ ਤੁਸੀਂ ਕਿਹਾ ਸੀ ਕਿ ਇਸ ਗੁਰੂ ਦੀ ਉਮਰ ਬਹੁਤ ਛੋਟੀ ਹੈ। ਇਹ ਬਚਨ ਉਸ ਦੇ ਸਿੱਖਾਂ ਨੇ ਸੁਣ ਲਏ ਸਨ ਅਤੇ ਉਹਨਾਂ ਨੇ ਸਾਰੀ ਗੱਲ ਜਾ ਕੇ ਆਪਣੇ ਗੁਰੂ ਨੂੰ ਦੱਸੀ ਤੇ ਗੁਰੂ ਸਾਰੀ ਗੱਲ ਸੁਣ ਕੇ ਹੱਸ ਪਏ। ਸਾਧੂ ਨੇ ਪੁੱਛਿਆ ਕਿ ਗੁਰੂ ਹੱਸਿਆ ਕਿਉਂ? ਤੇ ਸਾਧੂ ਦੇ ਚੇਲਿਆਂ ਨੇ ਦੱਸਿਆ ਕਿ ਗੁਰੂ ਨੇ ਹੱਸ ਕੇ ਕਿਹਾ ਕਿ ਇਸ ਸਾਧੂ ਦੀ ਉਮਰ ਬਹੁਤ ਲੰਮੀ ਹੈ ਤੇ ਉਸ ਨੂੰ ਆਪਣੀ ਉਮਰ ਦਾ ਗੁਮਾਨ ਹੈ।
ਸਿੱਖਾਂ ਨੇ ਪੁੱਛਿਆ ਕਿ ਸਾਧੂ ਦੀ ਉਮਰ ਕਿੰਨੀ ਹੈ, ਤੇ ਗੁਰੂ ਨੇ ਇੱਕਦਮ ਜਵਾਬ ਦਿੱਤਾ ਕਿ 5000 ਸਾਲ ਅਤੇ 6 ਵੀਹਾਂ ਹੋਰ ਹੈ, ਮਤਲਬ ਕਿ 5120 ਸਾਲ ਹੈ। ਇਹ ਗੁਰੂ ਨਾ ਤੇ ਸਾਨੂੰ ਕਦੀ ਪਹਿਲਾਂ ਮਿਲਿਆ ਹੈ, ਨਾ ਹੀ ਅਸੀਂ ਉਸ ਨੂੰ ਉਮਰ ਦੱਸੀ ਹੈ, ਤੇ ਨਾ ਹੀ ਕਦੀ ਇਸ ਇਲਾਕੇ ਵਿੱਚ ਪਹਿਲਾਂ ਆਏ ਨੇ। ਫਿਰ ਉਹਨਾਂ ਨੇ ਇੱਕਦਮ ਤੁਹਾਡੀ ਉਮਰ ਕਿਵੇਂ ਦੱਸ ਦਿੱਤੀ। ਇਹ ਸਭ ਕੁਝ ਸੁਣ ਕੇ ਸਾਧੂ ਵੀ ਹੈਰਾਨ ਹੋ ਗਿਆ ਤੇ ਕਿਹਾ ਕਿ ਮੈਨੂੰ ਵੀ ਆਪਣੀ ਉਮਰ ਦਾ ਪੂਰਾ ਅੰਦਾਜ਼ਾ ਨਹੀਂ ਹੈ, ਮੈਂ ਵੀ ਅੰਦਾਜ਼ੇ ਨਾਲ ਹੀ ਉਮਰ ਦੱਸਦਾ ਹਾਂ, ਪਰ ਗੁਰੂ ਨੇ ਤਾਂ ਪੂਰੀ ਉਮਰ ਮੇਰੀ ਦੱਸ ਦਿੱਤੀ। ਕਹਿੰਦਾ ਕਿ ਮੈਂ ਤੇ ਸੋਚਿਆ ਕਿ ਗੁਰੂ ਦੀ ਉਮਰ ਥੋੜੀ ਹੈ, 35-40 ਸਾਲ, ਤੇ ਇਹ ਗੁਰੂ ਕੱਚਾ ਹੀ ਹੋਵੇਗਾ, ਪਰ ਇਸ ਨੇ ਮੇਰੀ ਉਮਰ ਦੱਸ ਕੇ ਤਾਂ ਬੜਾ ਵੱਡਾ ਕਾਰਨਾਮਾ ਕਰ ਦਿੱਤਾ ਹੈ। ਇੰਨੀ ਛੋਟੀ ਉਮਰ ਵਿੱਚ ਇਹਨਾਂ ਨੂੰ ਇੰਨਾ ਜ਼ਿਆਦਾ ਗਿਆਨ। ਮੈਂ ਤੇ ਉਮਰ ਦੇ ਭੁਲੇਖੇ ਵਿੱਚ ਹੀ ਰਹਿ ਗਿਆ। ਮੈਨੂੰ ਲੱਗਾ ਕਿ ਮੈਂ ਵੱਡਾ ਹਾਂ ਤੇ ਗੁਰੂ ਛੋਟਾ, ਪਰ ਮੈਨੂੰ ਹੁਣ ਲੱਗਦਾ ਹੈ ਕਿ ਗੁਰੂ ਬਖਸ਼ਿਸ਼ ਵਿੱਚ ਮੇਰੇ ਨਾਲੋਂ ਵੱਡਾ ਹੈ ਤੇ ਮੈਂ ਹਾਂ ਉਹਨਾਂ ਨਾਲੋਂ ਛੋਟਾ, ਤੇ ਗੁਰੂ ਵਾਕਈ ਹੀ ਪੂਰਾ ਹੈ। ਫਿਰ ਸਾਧੂ ਨੇ ਸੋਚਿਆ ਕਿ ਮੈਨੂੰ ਅਜਿਹੇ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਫਿਰ ਆਪਣੇ ਚੇਲਿਆਂ ਨੂੰ ਕਹਿੰਦਾ ਹੈ ਕਿ ਮੈਨੂੰ ਸੋਟੀ ਫੜਾਓ, ਤੇ ਮੈਂ ਹੌਲੀ ਚੱਲ ਕੇ ਗੁਰੂ ਸਾਹਿਬ ਵੱਲ ਜਾਂਦਾ ਹਾਂ। ਸਾਧੂ ਦੀ ਉਮਰ ਜ਼ਿਆਦਾ ਹੋਣ ਕਰਕੇ ਸਰੀਰ ਬਹੁਤ ਕਮਜ਼ੋਰ ਸੀ ਅਤੇ ਬਜ਼ੁਰਗ ਸੀ। ਉਹ ਸੋਟੇ ਨਾਲ ਚੱਲਦਾ ਸੀ। ਹੌਲੀ ਚੱਲਦਾ ਜਦੋਂ ਗੁਰੂ ਸਾਹਿਬ ਕੋਲ ਪਹੁੰਚਾ ਤੇ ਉਦੋਂ ਤੱਕ ਸ਼ਾਮ ਦਾ ਸਮਾਂ ਹੋ ਚੁੱਕਿਆ ਸੀ। ਸ਼ਾਮ ਦੇ ਦੀਵਾਨ ਚੱਲ ਰਹੇ ਸਨ। ਗੁਰੂ ਸਾਹਿਬ ਜੀ ਵੀ ਨੇਤਰ ਬੰਦ ਕਰਕੇ ਰਹਿਰਾਸ ਸਾਹਿਬ ਦਾ ਪਾਠ ਸੁਣ ਰਹੇ ਸਨ। ਇੱਕ ਸਿੰਘ ਪਾਠ ਪੜ੍ਹ ਰਿਹਾ ਸੀ। ਚੱਲ ਕੇ ਜਦੋਂ ਇਹ ਸਾਧੂ ਦੀਵਾਨ ਵਿੱਚ ਪਹੁੰਚਾ, ਉਸ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਨਿਹਾਲ ਹੋ ਗਿਆ ਅਤੇ ਜਾ ਕੇ ਬੈਠਾ ਨਹੀਂ, ਕੋਲ ਖੜ ਗਿਆ। ਇਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਮੇਰੇ ਵੱਲ ਦੇਖਣ। ਪਾਠ ਸੁਣਦੇ ਗੁਰੂ ਸਾਹਿਬ ਨੇ ਅੱਖਾਂ ਖੋਲ੍ਹੀਆਂ ਅਤੇ ਸਾਧੂ ਨੂੰ ਸੰਬੋਧਨ ਕਰਕੇ ਕਿਹਾ, ਸਾਧੂ ਮਹਾਤਮਾ ਜੀ, ਖੜੇ ਕਿਉਂ ਹੋ, ਬੈਠ ਜਾਓ। ਫਿਰ ਸਾਧੂ ਨੂੰ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਦਾ ਧਿਆਨ ਮੇਰੇ ਵੱਲ ਹੈ। ਉਸ ਨੇ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਅਤੇ ਫਿਰ ਸਿੱਖਾਂ ਵਿੱਚ ਬੈਠ ਗਿਆ। ਫਿਰ ਪ੍ਰੇਮ ਨਾਲ ਰਹਿਰਾਸ ਸਾਹਿਬ ਦਾ ਪਾਠ ਸੁਣਿਆ। ਪਾਠ ਤੋਂ ਬਾਅਦ ਅਰਦਾਸ ਹੋਣ ਲੱਗੀ। ਸਾਰੀ ਸਿੱਖ ਸੰਗਤ ਖੜ ਗਈ। ਪਹਿਲਾਂ ਤੇ ਸਾਧੂ ਬੈਠਾ ਰਿਹਾ, ਪਰ ਬਾਅਦ ਵਿੱਚ ਸਭ ਨੂੰ ਖੜਾ ਦੇਖ ਕੇ ਆਪ ਵੀ ਖੜਾ ਹੋ ਗਿਆ। ਫਿਰ ਦੇਗ ਨੂੰ ਭੋਗ ਲੱਗਾ। ਦੇਗ ਵਰਤਾਈ ਗਈ। ਦੇਗ ਵਰਤਾਉਣ ਤੋਂ ਬਾਅਦ ਸਾਧੂ ਨੇ ਖੜੇ ਹੋ ਕੇ ਬਚਨ ਕੀਤਾ ਕਿ ਗੁਰੂ ਸਾਹਿਬ ਜੀ, ਮੈਂ ਆਪ ਜੀ ਨਾਲ ਕੁਝ ਬਚਨ ਕਰਨ ਆਇਆ ਹਾਂ। ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਆਪਣਾ ਸਿੱਖ ਬਣਾ ਲਿਓ। ਗੁਰੂ ਸਾਹਿਬ ਜੀ, ਜਿਵੇਂ ਤੁਸੀਂ ਆਪਣੇ ਸਿੱਖਾਂ ਨੂੰ ਦੱਸਿਆ ਹੈ ਕਿ ਮੇਰੀ ਉਮਰ ਬਹੁਤ ਲੰਬੀ ਹੈ, ਹਾਂ ਮੇਰੀ ਉਮਰ ਲੰਬੀ ਹੈ, ਪਰ ਕੇਵਲ ਉਮਰ ਹੀ ਮੇਰੇ ਪੱਲੇ ਹੈ। ਇੰਨੀ ਉਮਰ ਹੋਣ ਦੇ ਬਾਵਜੂਦ ਵੀ ਮੈਨੂੰ ਆਪਣਾ ਸਰੂਪ ਨਹੀਂ ਦਿਖਿਆ ਅਜੇ ਤੱਕ। ਮੈਂ ਸੁਭਾਗਾ ਹਾਂ ਕਿ ਮੈਨੂੰ ਆਪ ਜੀ ਦੇ ਦਰਸ਼ਨ ਹੋ ਗਏ। ਤੁਸੀਂ ਸਰਬ ਕਲਾ ਸੰਪੂਰਨ ਹੋ, ਤੁਸੀਂ ਕੁਝ ਵੀ ਕਰ ਸਕਦੇ ਹੋ, ਮੇਰੇ ਤੇ ਕਿਰਪਾ ਕਰੋ। ਇਹ ਸਭ ਸੁਣ ਕੇ ਗੁਰੂ ਸਾਹਿਬ ਹੱਸ ਪਏ ਅਤੇ ਉਹਨਾਂ ਨੇ ਕਿਹਾ, ਤੂੰ ਸਾਡਾ ਸਿੱਖ ਕਿਵੇਂ ਬਣ ਸਕਦਾ ਹੈ? ਤੂੰ ਤੇ ਪਹਿਲਾਂ ਹੀ ਕਿਸੇ ਦਾ ਸਿੱਖ ਬਣਿਆ ਹੋਇਆ ਹੈ। ਤੂੰ ਬਹੁਤ ਸਾਧਨਾ ਸਾਧੀਆਂ ਅਤੇ ਕਈ ਜਪ ਤਪ ਕੀਤੇ, ਕਈ ਸਾਲਾਂ ਦੀ ਭਗਤੀ ਵਿੱਚ ਬੈਠਾ ਰਿਹਾ, ਪਰ ਫਿਰ ਵੀ ਤੈਨੂੰ ਅਜੇ ਤੱਕ ਮੁਕਤੀ ਨਹੀਂ ਮਿਲੀ। ਸਾਧੂ ਇਹ ਸਭ ਕੁਝ ਸੁਣ ਕੇ ਬਹੁਤ ਹੈਰਾਨ ਹੋਇਆ। ਸਾਧੂ ਜੀ, ਤੁਸੀਂ ਕਈ ਹਜ਼ਾਰ ਸਾਲਾਂ ਤੋਂ ਪਰਮਾਤਮਾ ਦਾ ਨਾਮ ਜਪ ਰਹੇ ਹੋ, ਤੁਹਾਡੀ ਭਗਤੀ ਪ੍ਰਵਾਨ ਹੈ, ਤੁਸੀਂ ਪਹਿਲਾਂ ਹੀ ਮੁਕਤ ਹੋ ਚੁੱਕੇ ਹੋ, ਬਸ ਤੁਹਾਡਾ ਸਾਡੇ ਨਾਲ ਮੇਲ ਹੋਣਾ ਹੀ ਬਾਕੀ ਸੀ। ਹੁਣ ਤੁਸੀਂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣਾ ਸੀਸ ਝੁਕਾਓ ਅਤੇ ਬਾਕੀ ਜਿਹੜੀ ਰਹਿੰਦੀ ਕਮੀ ਹੈ ਆਪੇ ਹੀ ਪਰਮਾਤਮਾ ਨੇ ਪੂਰੀ ਕਰ ਦੇਣੀ ਹੈ। ਤੁਸੀਂ ਮੁਕਤ ਹੋ, ਤੇਰੀ ਬੰਦਗੀ ਪ੍ਰਵਾਨ ਹੋ ਗਈ ਹੈ। ਯੋਗ ਸਾਧਨਾ ਜਪ ਤਪ ਸਭ ਕੁਝ ਪਰਮਾਤਮਾ ਨੇ ਪ੍ਰਵਾਨ ਕਰ ਲਿਆ ਹੈ। ਇਸ ਤਰ੍ਹਾਂ ਕਹਿ ਕੇ ਗੁਰੂ ਸਾਹਿਬ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਉਸ ਵੱਲ ਦੇਖਿਆ ਅਤੇ ਇਸ ਤਰ੍ਹਾਂ ਕਹਿ ਕੇ ਉਸ ਦੇ ਸਾਰੇ ਬੰਧਨ ਕੱਟ ਦਿੱਤੇ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ। ਬਸ ਫਿਰ ਸਾਧੂ ਦੇ ਨਮਸਕਾਰ ਕਰਨ ਦੀ ਹੀ ਦੇਰ ਸੀ। ਉਸ ਦੇ ਹਿਰਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ।
ਬਾਰ-ਬਾਰ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ ਹੈ ਅਤੇ ਹੁਣ ਇਸ ਦੇ ਅੰਦਰੋਂ ਗੁਮਾਨ ਨਿਕਲ ਗਿਆ ਕਿ ਮੈਂ 5000 ਸਾਲ ਉਮਰ ਦਾ ਹਾਂ। ਸਾਰੀ ਪ੍ਰਾਪਤੀ ਹੋਣ ਤੋਂ ਬਾਅਦ ਇਸ ਨੂੰ ਗੁਰੂ ਸਾਹਿਬ ਤੇ ਭਰੋਸਾ ਬਣ ਗਿਆ, ਸ਼ਰਧਾ ਆ ਗਈ। ਭਰੋਸੇ ਦੇ ਨਾਲ ਇਹ ਸਾਧੂ ਗੁਰੂ ਸਾਹਿਬ ਨੂੰ ਕਹਿਣ ਲੱਗਾ ਹੈ, ਮਹਾਰਾਜ ਜੀ ਤੁਹਾਡੀ ਉਮਰ ਤੇ ਬਹੁਤ ਛੋਟੀ ਹੈ ਪਰ ਗਿਆਨ ਬਹੁਤ ਵੱਡਾ ਹੈ। ਮੈਂ ਤੇ ਇਸ ਹੰਕਾਰ ਵਿੱਚ ਸੀ ਕਿ ਤੁਹਾਡੀ ਉਮਰ ਬਹੁਤ ਛੋਟੀ ਹੈ, ਇੰਨੀ ਉਮਰ 'ਚ ਕੀ ਜਪ ਤਪ ਕੀਤਾ ਹੋਵੇਗਾ। ਪਰ ਹੁਣ ਆਪ ਜੀ ਨੂੰ ਮਿਲ ਕੇ ਮੈਨੂੰ ਸਾਰੀ ਸਮਝ ਆ ਗਈ ਹੈ ਕਿ ਆਪ ਜੀ ਦੀ ਕਿਰਪਾ ਬਹੁਤ ਵੱਡੀ ਹੈ ਤੇ ਗਿਆਨ ਬਹੁਤ ਜ਼ਿਆਦਾ ਹੈ। ਫਿਰ ਸਤਿਗੁਰੂ ਜੀ ਨੂੰ ਪੁੱਛਦਾ ਹੈ ਕਿ ਉਮਰ ਤੁਹਾਡੀ ਛੋਟੀ ਹੈ ਪਰ ਬਖਸ਼ਿਸ਼ ਇੰਨੀ ਕਿਵੇਂ। ਫਿਰ ਗੁਰੂ ਸਾਹਿਬ ਜੀ ਸਾਧੂ ਨੂੰ ਪੁੱਛਦੇ ਨੇ ਕਿ ਪਹਿਲਾਂ ਤੂੰ ਸਾਨੂੰ ਇਸ ਗੱਲ ਦਾ ਜਵਾਬ ਦੇ ਕਿ ਤੂੰ ਇੰਨਾ ਪੁਰਾਣਾ ਗੋਦੜਾ ਕਿਉਂ ਰੱਖਿਆ ਹੋਇਆ ਹੈ, ਮਤਲਬ ਕਿ ਇੰਨਾ ਪੁਰਾਣਾ ਸਰੀਰ ਕਿਉਂ ਰੱਖਿਆ ਹੋਇਆ ਹੈ, ਤੂੰ ਸਰੀਰ ਬਦਲਿਆ ਕਿਉਂ ਨਹੀਂ। ਅਸੀਂ ਤੇ ਅਮੀਰ ਹਾਂ, ਅਮੀਰ ਇੱਕ ਪੋਸ਼ਾਕ ਲਾਉਂਦਾ ਹੈ ਤੇ ਦੂਜੀ ਪਾਉਂਦਾ ਹੈ, ਪਰ ਤੂੰ ਤੇ ਬਹੁਤ ਗਰੀਬ ਹੈ, ਤੂੰ ਤੇ ਇੱਕ ਪੋਸ਼ਾਕ ਵਿੱਚ ਹੀ 5000 ਸਾਲ ਕੱਢ ਲਏ। ਜਿਵੇਂ ਜਿਸ ਕੋਲ ਪੋਸ਼ਾਕਾਂ ਨਹੀਂ ਹੋਣ ਤੇ ਉਹ ਇੱਕ ਪੋਸ਼ਾਕ ਹੀ ਕਈ ਸਾਲ ਪਾ ਕੇ ਬੈਠਾ ਰਹਿੰਦਾ ਹੈ, ਤੂੰ ਉਸੇ ਤਰ੍ਹਾਂ ਹੀ ਕੀਤਾ। ਤੈਨੂੰ ਇਹ ਯਕੀਨ ਹੀ ਨਹੀਂ ਸੀ ਕਿ ਤੈਨੂੰ ਦੁਬਾਰਾ ਸਰੀਰ ਕਦੋਂ ਮਿਲੇਗਾ, ਇਸ ਲਈ ਤੂੰ ਹੋਰ ਸਰੀਰ ਧਾਰਨ ਕਰਨ ਦੀ ਬਜਾਏ ਇਸੇ ਸਰੀਰ ਨੂੰ ਲੈ ਕੇ ਹੀ ਬੈਠਾ ਰਿਹਾ। ਪਰ ਅਸੀਂ ਆਪਣਾ ਸਰੀਰ ਬਦਲਦੇ ਰਹਿੰਦੇ ਹਾਂ, ਜਿਵੇਂ ਇੱਕ ਰਾਜਾ ਪੋਸ਼ਾਕ ਬਦਲਦਾ ਹੈ ਉਸੇ ਤਰ੍ਹਾਂ ਅਸੀਂ ਆਪਣਾ ਸਰੀਰ ਬਦਲਦੇ ਰਹੇ ਹਾਂ। ਤੇ ਜਿਸ ਨੂੰ ਨਵੀਂ ਪੋਸ਼ਾਕ ਮਿਲ ਜਾਵੇ ਉਸ ਨੂੰ ਨਵੀਂ ਪਾ ਲੈਣੀ ਚਾਹੀਦੀ ਹੈ, ਪੁਰਾਣੀ ਨਹੀਂ ਪਾ ਕੇ ਰੱਖਣੀ ਚਾਹੀਦੀ। ਫਿਰ ਉਸ ਤੋਂ ਬਾਅਦ ਸਿੱਖਾਂ ਨਾਲ ਅਤੇ ਗੁਰੂ ਸਾਹਿਬ ਨਾਲ ਇਹ ਸਾਧੂ ਦੀ ਕਾਫੀ ਲੰਬੀ ਵਾਰਤਾ ਚੱਲੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਸ 5000 ਸਾਲ ਦੇ ਜੋਗੀ ਦਾ ਉਧਾਰ ਕੀਤਾ।